ਹੈਲੋ ਸਟੂਡੈਂਟਸ, ਅੱਜ ਅਸੀਂ ਸਟਰੈਂਥਨਿੰਗ ਲੈਂਗੁਏਜ ਪ੍ਰੋਫੀਸ਼ੀਐਂਸੀ ਪੇਪਰ ਦਾ ਟੌਪਿਕ ਬਾਇਓਗ੍ਰਾਫੀਕਲ ਰਾਈਟਿੰਗ ਕਰ ਰਹੇ ਹਾਂ। ਇਸ ਨੂੰ ਪੰਜਾਬੀ 'ਚ ਜੀਵਨੀ ਮੂਲਕ ਲਿਖਤਾਂ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਇਹਦੇ ਬਾਰੇ ਮੀਨਿੰਗ ਇਹਦਾ ਡਿਟੇਲ 'ਚ ਪੜ੍ਹਾਂਗੇ। ਕੀ ਹੁੰਦੀ ਹੈ ਬਾਇਓਗ੍ਰਾਫੀਕਲ ਰਾਈਟਿੰਗ, ਕਿਸ ਤਰ੍ਹਾਂ ਲਿਖੀ ਜਾਂਦੀ ਆ। ਬਾਇਓਗ੍ਰਾਫੀ ਦਾ ਨਾਮ ਲੈਂਦੇ ਹੀ ਸਾਡੇ ਦਿਮਾਗ 'ਚ ਕਈ ਕੁਐਸਚਨ ਆਉਂਦੇ ਨੇ, ਜਿਵੇਂ ਵਾਟ ਇਜ਼ ਬਾਇਓਗ੍ਰਾਫੀ, ਜੀਵਨੀ ਕੀ ਹੁੰਦੀ ਹੈ। ਵਾਟ ਇਜ਼ ਦਾ ਬਾਇਓਗ੍ਰਾਫੀਕਲ ਰਾਈਟਿੰਗ, ਜੀਵਨੀ ਮੂਲਕ ਲਿਖਤਾਂ ਕੀ ਹੁੰਦੀਆਂ ਨੇ। ਵਾਟ ਇਜ਼ ਦਾ ਪਰਪਸ ਆਫ ਅ ਬਾਇਓਗ੍ਰਾਫੀ, ਕਿਸੇ ਦੀ ਜੀਵਨੀ ਲਿਖਣ ਲਈ ਕੀ ਉਦੇਸ਼ ਹੁੰਦਾ ਹੈ। ਹਾਊ ਕੈਨ ਰਾਈਟ ਅ ਗੁੱਡ ਬਾਇਓਗ੍ਰਾਫੀ, ਚੰਗੀ ਜੀਵਨੀ ਕਿਵੇਂ ਲਿਖੀ ਜਾ ਸਕਦੀ ਹੈ। ਟਿਪਸ ਟੂ ਰਾਈਟ ਅ ਬਾਇਓਗ੍ਰਾਫੀ, ਜੀਵਨੀ ਲਿਖਣ ਦੇ ਨੁਕਤੇ ਕੀ ਕੀ ਨੇ। ਤਾਂ ਅੱਜ ਅਸੀਂ ਇਹਨਾਂ ਬਾਰੇ ਗੱਲ ਕਰ ਰਹੇ ਹਾਂ, ਕਿਉਂਕਿ ਅਸੀਂ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਹ ਚੀਜ਼ਾਂ ਸਿਖਾਉਣੀਆਂ ਨੇ, ਤਾਂ ਸਾਨੂੰ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣੀਆਂ ਚਾਹੀਦੀਆਂ ਨੇ ਵਾਟ ਇਜ਼ ਬਾਇਓਗ੍ਰਾਫੀ। ਚਾਹੇ ਲਿਖਤ ਜਿਹੜੀ ਮੇਰੀ ਵੀਡੀਓ ਦੀ ਇੰਗਲਿਸ਼ 'ਚ ਆ, ਪਰ ਫਿਰ ਵੀ ਵਿਆਖਿਆ ਜਿਹੜੀ ਉਹ ਪੰਜਾਬੀ 'ਚ ਆ, ਤਾਂ ਦੋਨੇ ਮੀਡੀਅਮ ਵਾਲੇ ਸਟੂਡੈਂਟਸ ਨੇ ਜਿਹੜੇ ਉਹ ਫਾਇਦਾ ਉਠਾ ਸਕਦੇ ਨੇ। ਜੇ ਤੁਸੀਂ ਚੰਗਾ ਆਪਣੇ ਨੋਟਸ ਤਿਆਰ ਕਰਨੇ ਤਾਂ ਨਾਲ ਦੀ ਨਾਲ ਜਿਹੜਾ ਕਾਪੀ ਪੈਨ ਲੈ ਕੇ ਥੋੜ੍ਹਾ ਜਿਹਾ ਲਿਖਣਾ ਸ਼ੁਰੂ ਕਰੋ, ਤਾਂ ਕਿ ਤੁਹਾਨੂੰ ਵਧੀਆ ਢੰਗ ਨਾਲ ਇਨਫੋਰਮੇਸ਼ਨ ਹੈ ਜਿਹੜੀ ਤੁਹਾਡੀ ਰਹਿ ਸਕੇ। ਕਿਉਂਕਿ ਮਾਈਂਡ ਦੇ ਵਿੱਚ ਜਦੋਂ ਵੀਡੀਓ ਦੇਖਦੇ ਆ ਉਦੋਂ ਤਾਂ ਆਉਂਦਾ ਤੁਹਾਡੇ ਮਾਈਂਡ ਦੇ ਵਿੱਚ, ਪਰ ਫਿਰ ਨਿਕਲ ਜਾਂਦਾ ਏ। ਤਾਂ ਬਾਇਓਗ੍ਰਾਫੀ ਦਾ ਮੀਨਿੰਗ, ਇਹ ਬਾਇਓਗ੍ਰਾਫੀ ਇਜ਼ ਅ ਡਿਟੇਲਡ ਡਿਸਕ੍ਰਿਪਸ਼ਨ ਆਫ ਅ ਪਰਸਨਜ਼ ਲਾਈਫ। ਜੀਵਨੀ ਹੈ ਜਿਹੜੀ ਉਹ ਕਿਸੇ ਵੀ ਮਨੁੱਖ ਦੀ ਜ਼ਿੰਦਗੀ ਦੀ ਵਿਸਤ੍ਰਿਤ ਜਾਣਕਾਰੀ ਹੁੰਦੀ ਹੈ। ਅ ਬਾਇਓਗ੍ਰਾਫੀ ਪ੍ਰੈਜ਼ੈਂਟਸ ਅ ਸਬਜੈਕਟਸ ਲਾਈਫ ਸਟੋਰੀ ਹਾਈਲਾਈਟਿੰਗ ਵੇਰੀਅਸ ਆਸਪੈਕਟਸ ਆਫ ਲਾਈਫ। It involves more than just a basic facts like education, work, relationships, and experiences of life. It is a story of real person's life written by someone other than person. ਤਾਂ ਇਹ ਇੱਕ ਇਸ ਤਰ੍ਹਾਂ ਦੀ ਕਹਾਣੀ ਹੁੰਦੀ ਆ ਜਿਹੜੀ ਵਿਅਕਤੀ ਦੀ ਪੂਰੀ ਜ਼ਿੰਦਗੀ ਦੀਆਂ ਜਿਹੜੀਆਂ ਘਟਨਾਕ੍ਰਮ ਹੁੰਦਾ ਉਹਨਾਂ ਨੂੰ ਦਰਸਾਉਂਦੀ ਆ। ਇਹ ਸਿਰਫ ਐਜੂਕੇਸ਼ਨ, ਸਿੱਖਿਆ, ਕੰਮ, ਰਿਸ਼ਤੇ ਨਾਤੇ ਜਾਂ ਤਜਰਬਿਆਂ ਨਾਲ ਹੀ ਸੰਬੰਧਿਤ ਨਹੀਂ ਹੁੰਦੀ। ਜ਼ਿੰਦਗੀ ਦੇ ਸਾਰੇ ਜੋ ਵੀ ਘਟਨਾਕ੍ਰਮ ਹੁੰਦੇ ਨੇ ਸਾਰੀਆਂ ਚੀਜ਼ਾਂ ਨਾਲ ਹੀ ਸੰਬੰਧਿਤ ਹੁੰਦੀ ਆ। ਜਿਹੜੀ ਬਾਇਓਗ੍ਰਾਫੀ ਆ ਉਹ ਇੱਕ ਪਰਸਨ ਦੀ ਕਿਸੇ ਦੂਸਰੇ ਪਰਸਨ ਦੁਆਰਾ ਲਿਖੀ ਜਾਂਦੀ ਹੈ। ਮਤਲਬ ਇਹ ਆ ਕਿ ਪਰਸਨ ਆਪਣੀ ਬਾਇਓਗ੍ਰਾਫੀ ਆਪ ਨਹੀਂ ਲਿਖਦਾ। ਜਿਹੜਾ ਆਪਣੇ ਆਪ ਆਪਣੀ ਜੀਵਨੀ ਲਿਖਦੇ ਨੇ ਉਹਨੂੰ ਆਟੋਬਾਇਓਗ੍ਰਾਫੀ ਬੋਲਦੇ ਨੇ। ਤਾਂ ਬਾਇਓਗ੍ਰਾਫੀ ਅਤੇ ਆਟੋਬਾਇਓਗ੍ਰਾਫੀ ਦੋਨਾਂ ਦੇ ਵਿੱਚ ਫਰਕ ਆ। ਹੁਣ ਅਸੀਂ ਦੇਖਦੇ ਹਾਂ ਕਿ ਬਾਇਓਗ੍ਰਾਫੀਕਲ ਰਾਈਟਿੰਗਸ ਕੀ ਹੁੰਦੀਆਂ ਨੇ। ਜੀਵਨੀ ਮੂਲਕ ਲਿਖਤ ਕੀ ਹੁੰਦੀ ਹੈ। ਟੂ ਰਾਈਟ ਅ ਬਾਇਓਗ੍ਰਾਫੀ ਇਜ਼ ਟੂ ਰਾਈਟ ਅਬਾਊਟ ਸਮਬਡੀ ਅਦਰ ਦੈਨ ਯੂਅਰ ਸੈਲਫ। ਆਪਣੇ ਆਪ ਤੋਂ ਬਿਨਾਂ ਜਦੋਂ ਅਸੀਂ ਕਿਸੇ ਹੋਰ ਬਾਰੇ, ਕਿਸੇ ਹੋਰ ਦੇ ਜੀਵਨ ਬਾਰੇ ਲਿਖਦੇ ਹਾਂ ਤਾਂ ਉਸ ਨੂੰ ਜੀਵਨੀ ਮੂਲਕ ਲਿਖਤ ਬੋਲਿਆ ਜਾਂਦਾ। ਦਾ ਵਰਡ ਬਾਇਓਗ੍ਰਾਫੀ ਕਮਸ ਫਰੋਮ ਗ੍ਰੀਕ ਵਰਡਸ ਬਾਇਓ ਮੀਨਸ ਲਾਈਫ, ਗ੍ਰਾਫੋਸ ਮੀਨਸ ਰਾਈਟਿੰਗ। ਤਾਂ ਇਹ ਗ੍ਰੀਕ ਭਾਸ਼ਾ ਦੇ ਸ਼ਬਦ ਤੋਂ ਮਿਲ ਕੇ ਬਣਿਆ। ਤਾਂ ਇਸ ਤਰ੍ਹਾਂ ਨਾਲ ਜਿਹੜੀ ਬਾਇਓਗ੍ਰਾਫੀ ਹੈ ਇਸ ਦਾ ਮਤਲਬ ਆ ਲਾਈਫ ਦੀ ਰਾਈਟਿੰਗ ਜਾਂ ਜੀਵਨ ਦੀ ਲਿਖਤ। ਅੱਗੇ ਅਸੀਂ ਸੋਚਦੇ ਹਾਂ ਵਾਟ ਇਜ਼ ਦਾ ਪਰਪਸ ਆਫ ਬਾਇਓਗ੍ਰਾਫੀ। ਕਿਸੇ ਦਾ ਜੀਵਨੀ ਬਾਰੇ ਲਿਖਣਾ, ਕਿਸੇ ਦੇ ਜੀਵਨ ਦੇ ਘਟਨਾਕ੍ਰਮ ਬਾਰੇ ਲਿਖਣ ਦਾ ਸਾਨੂੰ ਕੀ ਉਦੇਸ਼ ਹੋ ਸਕਦਾ ਹੈ। ਅਸੀਂ ਕਿਉਂ ਲਿਖਾਂਗੇ ਕਿਸੇ ਬਾਰੇ। The purpose of a biography is to share the life of another person with an audience. ਇਹ ਤਾਂ ਗੱਲ ਅਸੀਂ ਜਾਣਦੇ ਹਾਂ ਕਿ ਅਸੀਂ ਕਿਸੇ ਦੀ ਜੀਵਨੀ ਬਾਰੇ ਲਿਖਾਂਗੇ ਤਾਂ ਇਹਦਾ ਮਤਲਬ ਕਿ ਇੱਕ ਵਿਅਕਤੀ ਦੀ ਜੀਵਨ ਬਾਰੇ ਦੂਜਿਆਂ ਨੂੰ ਅਸੀਂ ਸ਼ੇਅਰ ਕਰਾਂਗੇ। An author may choose to write a biography because, ਕਿਉਂ ਚੁਣਦਾ ਹੈ ਬਾਇਓਗ੍ਰਾਫੀ ਇੱਕ ਰਾਈਟਰ। He finds subject's story to be interesting or to have themes that apply to life today. ਜਾਂ ਤਾਂ ਜਿਹੜੀ ਮੋਟੀਵੇਸ਼ਨ ਮਿਲਦੀ ਆ ਕਿਸੇ ਨੂੰ
ਕਿਸੇ ਦੀ ਵੀ ਜੀਵਨੀ ਤੋਂ, ਕਿਸੇ ਦੀ ਵੀ ਲਾਈਫ ਦੇ ਵਰਣਨ ਤੋਂ, ਜਾਂ ਇਹ ਕਹੀਏ ਕਿ ਇੰਟਰਸਟਿੰਗ ਲਾਈਫ ਸਟੋਰੀ ਹੁੰਦੀ ਹੈ ਕਿਸੇ ਦੀ, ਤਾਂ ਲਿਖੀ ਜਾਂਦੀ ਹੈ। ਅਸੀਂ ਦੂਸਰਿਆਂ ਨੂੰ ਚੰਗੇ ਰਸਤੇ 'ਤੇ ਪਾਉਣ ਲਈ ਵੀ, ਸਿੱਖਿਆ ਦੇਣ ਲਈ ਵੀ ਕਿਸੇ ਦੀ, ਮਹਾਨ ਪੁਰਸ਼ਾਂ ਦੀਆਂ ਜੀਵਨੀਆਂ, ਜਿਵੇਂ ਅਸੀਂ ਕਹਿ ਲਈਏ ਕਿ ਚੰਗੇ ਕੰਮ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਦੀਆਂ ਜੀਵਨੀਆਂ, ਇਸ ਪਰਪਜ਼ ਲਈ ਲਿਖਦੇ ਹਾਂ। ਬਾਇਓਗ੍ਰਾਫਿਕਲ ਸਟੋਰੀਜ਼ ਕੈਨ ਬੀ ਇੰਸਪਾਇਰਿੰਗ, ਹਾਈਲਾਈਟਿੰਗ ਦ ਅਚੀਵਮੈਂਟਸ ਆਫ ਪਰਟੀਕੂਲਰ ਫਿਗਰ, pointing out ways the subject overcome hardship, giving the readers a sense of encouragement। ਤਾਂ ਉਤਸ਼ਾਹਿਤ ਕਰਨ ਲਈ ਦੂਸਰਿਆਂ ਨੂੰ ਕਿਸੇ ਦੇ ਹਾਰਡ ਵਰਕ ਤੋਂ ਪ੍ਰਭਾਵਿਤ ਹੋ ਕੇ ਅਸੀਂ ਉਸ ਦੀ ਜ਼ਿੰਦਗੀ ਦੇ ਹਾਈਲਾਈਟਸ ਨੇ ਜਿਹੜੇ, ਮਿਹਨਤ ਦੇ ਕਾਰਨਾਮੇ ਨੇ ਜਿਹੜੇ, ਉਹ ਅਸੀਂ ਦਰਸਾਉਂਦੇ ਹਾਂ। ਤਾਂ ਇਹੀ ਪਰਪਸ ਹੁੰਦੇ ਨੇ ਬਾਇਓਗ੍ਰਾਫੀ ਲਿਖਣ ਦੇ। ਹਾਊ ਕੈਨ ਰਾਈਟ ਅ ਗੁੱਡ ਬਾਇਓਗ੍ਰਾਫੀ, ਇੱਕ ਚੰਗੀ ਬਾਇਓਗ੍ਰਾਫੀ ਕਿਵੇਂ ਲਿਖੀ ਜਾ ਸਕਦੀ ਹੈ। ਟੂ ਰਾਈਟ ਅ ਸਟੋਰੀ ਆਫ ਪਰਸਨਸ ਲਾਈਫ ਯੂ ਨੀਡ ਟੂ ਨੋ ਮੋਰ ਦੈਨ ਦ ਬੇਸਿਕ ਫੈਕਟਸ। ਇਹ ਤਾਂ ਅਸੀਂ ਜਾਣਦੇ ਹਾਂ ਕਿ ਕਿਸੇ ਦੀ ਜੀਵਨੀ ਲਿਖਣ ਲਈ ਸਾਨੂੰ ਆਮ ਗੱਲਾਂ ਨਾਲੋਂ ਕੁਝ ਹਟ ਕੇ ਜਾਣਨਾ ਜ਼ਰੂਰੀ ਹੁੰਦਾ ਹੈ। ਇਹ ਗੁੱਡ ਬਾਇਓਗ੍ਰਾਫੀ delves into what is really interesting about a person's life, noteworthy achievements, moments of adversity and major turning points। ਤਾਂ ਇੱਕ ਚੰਗੀ ਬਾਇਓਗ੍ਰਾਫੀ ਲਿਖੀਏ ਜੇ ਅਸੀਂ, ਤਾਂ ਅਸੀਂ ਅਸਲ 'ਚ ਵਿਅਕਤੀ ਦੀ ਜੀਵਨ ਦੇ ਜੋ ਵੀ ਪ੍ਰਾਪਤੀਆਂ ਨੇ, ਉਸ ਦੀਆਂ ਜੋ ਮਹਾਨ ਕੰਮ ਨੇ, ਜਾਂ ਉਸ ਦੀ ਲਾਈਫ ਦੇ ਟਰਨਿੰਗ ਪੁਆਇੰਟਸ ਨੇ, ਘਟਨਾਕ੍ਰਮ ਨੇ, ਉਹਨਾਂ ਬਾਰੇ ਅਸੀਂ ਲਿਖਦੇ ਹਾਂ। ਦ ਬੈਸਟ ਬਾਇਓਗ੍ਰਾਫੀ ਕੈਨ ਐਨਕੈਪਸੂਲੇਟ ਅ ਸਬਜੈਕਟਸ ਐਂਟਾਇਰ ਲਾਈਫ ਇਨ ਐਨ ਅੰਗੇਜਿੰਗ ਵੇ ਐਂਡ ਪ੍ਰੋਵਾਈਡ ਐਨਫ ਡਿਟੇਲਸ ਟੂ ਗਿਵ ਦ ਰੀਡਰਸ ਐਨ ਇੰਟੀਮੇਟ ਲੁੱਕ ਐਟ ਦੇਅਰ ਕਰੈਕਟਰ। ਤਾਂ ਅਸੀਂ ਇੱਕ ਬਹੁਤ ਹੀ ਵਿਸ਼ਾਲ ਤਰੀਕੇ ਨਾਲ ਉਸ ਦੀ ਜ਼ਿੰਦਗੀ ਦੇ ਉੱਤੇ ਨਿਗਾਹ ਮਾਰਨ ਲਈ ਚੰਗੀ ਤਰ੍ਹਾਂ ਦੀ ਡਿਟੇਲ ਪ੍ਰੋਵਾਈਡ ਕਰਦੇ ਹਾਂ ਪੜ੍ਹਨ ਵਾਲੇ ਲਈ, ਕਿ ਉਹ ਵਿਅਕਤੀ ਹੈ ਜਿਹੜਾ ਐਂਡ ਤੱਕ ਇੰਟਰਸਟ ਨਾਲ ਪੜ੍ਹਦਾ ਰਹੇ ਅਤੇ ਅੱਗੇ ਤੋਂ ਅੱਗੇ ਘਟਨਾਕ੍ਰਮ ਬਾਰੇ ਜਾਣਨ ਲਈ ਉਤਸੁਕ ਹੁੰਦਾ ਰਹੇ। ਤਾਂ ਇਸ ਤਰ੍ਹਾਂ ਨਾਲ ਬਾਇਓਗ੍ਰਾਫੀ ਹੈ ਜਿਹੜੀ, ਉਹ ਚੰਗੀ ਬਾਇਓਗ੍ਰਾਫੀ ਹੈ ਜਿਹੜੀ, ਉਹ ਲਿਖੀ ਜਾਣੀ ਚਾਹੀਦੀ ਹੈ। ਹੁਣ ਸਾਡੇ ਕੋਲ ਟਿਪਸ ਨੇ ਬਾਇਓਗ੍ਰਾਫੀ ਲਿਖਣ ਦੇ, ਕਿਵੇਂ ਲਿਖਣੀ ਆ, ਕਿਸ ਤਰ੍ਹਾਂ ਸ਼ੁਰੂ ਕਰਨੀ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਪਰਮਿਸ਼ਨ ਲੈਣੀ ਵਿਅਕਤੀ ਦੀ, ਜਿਸ ਦੀ, ਜੇ ਵਿਅਕਤੀ ਜਿਹੜਾ ਜਿਉਂਦਾ ਏ ਤਾਂ ਉਸ ਦੀ ਲਾਈਫ ਬਾਰੇ ਲਿਖਣ ਲਈ ਉਸ ਦੀ ਪਰਮਿਸ਼ਨ ਲੈਣੀ ਜ਼ਰੂਰੀ ਆ, ਤਾਂ ਕਿ ਜਿਹੜੀ ਤੁਹਾਡੀ ਬਾਇਓਗ੍ਰਾਫੀ ਰਾਈਟਿੰਗ ਆ ਉਹ ਆਸਾਨੀ ਨਾਲ ਹੋ ਸਕੇ ਅਤੇ ਵਿਅਕਤੀ ਹੈ ਜਿਹਦੇ ਬਾਰੇ ਤੁਸੀਂ ਲਿਖ ਰਹੇ ਹੋ ਤੁਹਾਡਾ ਸਹਿਯੋਗ ਕਰ ਸਕੇ। ਦੂਜੇ ਨੰਬਰ 'ਤੇ ਹੈਗਾ ਡੂ ਯੂਅਰ ਰਿਸਰਚ, ਆਪਣਾ ਖੋਜ ਆ ਜਿਹੜੀ ਆਪਣੀ ਸ਼ੁਰੂ ਕਰੋ। ਦੂਜੇ ਨੰਬਰ 'ਤੇ ਤਾਂ ਖੋਜ ਕਿਸ ਕਿਸਮ ਦੀ, ਵਿਅਕਤੀ ਦੀ ਜਿਹੜੀ ਡਿਟੇਲਡ ਲਾਈਫ ਆ, ਜਿਹੜੀ ਵਿਸਤ੍ਰਿਤ ਜਾਣਕਾਰੀ ਆ ਉਸ ਦੀ ਜ਼ਿੰਦਗੀ ਬਾਰੇ, ਉਸ ਨੂੰ ਇਕੱਠੀ ਕਰੋ। ਇਹਦੇ ਵਿੱਚ ਦੋ ਤਰੀਕਿਆਂ ਨਾਲ ਤੁਸੀਂ ਕਰ ਸਕਦੇ ਹੋ, ਫਸਟ ਹੈਂਡ ਅਤੇ ਸੈਕਿੰਡ ਹੈਂਡ। ਫਸਟ ਹੈਂਡ ਦੇ ਵਿੱਚ ਵਿਅਕਤੀ ਜਿਹੜਾ, ਉਹਦੇ ਨਾਲ ਸਿੱਧਾ ਸੰਪਰਕ ਕਰਕੇ ਉਹਦੇ ਬਾਰੇ ਜਾਣਕਾਰੀ ਲਓ। ਉਸ ਦੇ ਜਿਹੜੇ ਘਰ ਪਰਿਵਾਰ ਦੇ ਬੰਦੇ ਨੇ ਜਾਂ ਉਸ ਦੇ ਨਾਲ ਸੰਪਰਕ ਵਾਲੇ ਵਿਅਕਤੀ ਨੇ, ਉਹਨਾਂ ਤੋਂ ਜਾਣਕਾਰੀ ਲਓ। ਫਿਰ ਅੱਗੇ ਹੈਗਾ ਕਿ ਤੁਸੀਂ ਸੋਸ਼ਲ ਮੀਡੀਆ, ਉਸ ਦੇ ਸੋਸ਼ਲ ਅਕਾਊਂਟਸ, ਉਸ ਦੀਆਂ ਵੈਬਸਾਈਟ ਐਡਰੈਸ, ਉਸ ਦੀਆਂ ਈਮੇਲ ਆਈਡੀਜ਼ ਆਦਿ ਤੋਂ ਤੁਸੀਂ ਜਿਹੜਾ ਇਹ ਜਾਣਕਾਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਮੈਗਜ਼ੀਨ, ਨਿਊਜ਼ਪੇਪਰ, ਹੋਰ ਇਸ ਤਰ੍ਹਾਂ ਦੇ ਜਿਹੜੇ ਮੀਡੀਆ ਨੇ, ਇਹਨਾਂ ਤੋਂ ਜਾਣਕਾਰੀ ਲੈ ਕੇ ਤੁਸੀਂ ਇਨਫੋਰਮੇਸ਼ਨ ਆ ਜਿਹੜੀ ਉਹ ਇਕੱਠੀ ਕਰ ਸਕਦੇ ਹੋ, ਆਪਣੀ ਖੋਜ ਆ ਜਿਹੜੀ ਉਹਨੂੰ ਪੂਰੀ ਕਰ ਸਕਦੇ ਹੋ। ਇਸ ਤੋਂ ਬਾਅਦ ਹੈਗਾ ਫਾਰਮ ਯੂਅਰ ਥੀਸਿਸ, ਤਾਂ ਆਪਣਾ ਜਿਹੜਾ ਲਿਖਤਾ ਉਹਨੂੰ ਸਹੀ ਢੰਗ ਨਾਲ ਲਿਖਣ ਲਈ ਤੁਸੀਂ ਪਹਿਲਾਂ ਡੈਕਲੇਰੇਸ਼ਨ, ਇਹਦੇ ਵਿੱਚ ਆਊਗਾ ਇਸ ਪੁਆਇੰਟ ਦੇ ਵਿੱਚ ਕਿ ਇੱਕ ਪੈਰੇ ਦੇ ਵਿੱਚ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਡੈਕਲੇਰੇਸ਼ਨ ਲਿਖੋਗੇ ਕਿ ਜਿਹੜੀ ਮੈਂ ਲਿਖਤ ਲਿਖ ਰਿਹਾ ਜਾਂ ਲਿਖ ਰਹੀ ਹਾਂ,
ਇਹ ਇੱਕ ਵਿਅਕਤੀ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਦੂਜਿਆਂ ਨੂੰ ਸਿੱਖਿਆ ਦੇਣ ਲਈ ਆ, ਜਾਂ ਚੰਗੇ ਕਾਰਨਾਮਿਆਂ ਬਾਰੇ ਦੂਜਿਆਂ ਨੂੰ ਦੱਸਣ ਲਈ ਹੈ, ਤਾਂ ਕਿ ਵਿਅਕਤੀ ਨੇ ਜਿਹੜੇ ਇੰਟਰਸਟ ਨਾਲ ਉਹ ਜਿਹੜੀ ਆ ਤੁਹਾਡੀ ਜੀਵਨੀ ਪੜ੍ਹ ਸਕਣ। ਇਸ ਤੋਂ ਬਾਅਦ ਹੈਗਾ ਸਾਡੇ ਕੋਲ ਮੇਕ ਆ ਟਾਈਮਲਾਈਨ। ਇੱਕ ਸਮਾਂ ਸੂਚੀ ਬਣਾਉਣੀ, ਸਮਾਂ ਸਾਰਣੀ ਬਣਾਉਣੀ। ਇਹਦੇ ਕਿਉਂਕਿ ਜੀਵਨੀ ਵਿੱਚ ਵਿਅਕਤੀ ਦਾ ਸਾਰਾ ਲਾਈਫ ਸਟਰਕਚਰ ਆ ਜਿਹੜਾ ਤੁਸੀਂ ਦੱਸਣਾ ਹੈ, ਹਰੇਕ ਪੜਾਅ ਹੈ ਜਿਹੜਾ ਤੁਸੀਂ ਉਹ ਦੱਸਣਾ ਹੈ। ਤਾਂ ਇੱਥੇ ਸੀਰੀਅਲ ਵਾਈਜ਼ ਤੁਸੀਂ ਬਚਪਨ ਤੋਂ ਲੈ ਕੇ ਜੋ ਜੋ ਘਟਨਾਕ੍ਰਮ ਉਹਦੇ ਨਾਲ ਬੀਤੇ ਨੇ ਐਂਡ ਤੱਕ, ਜੋ ਜੋ ਉਸ ਦੀਆਂ ਅਚੀਵਮੈਂਟਸ ਨੇ, ਪ੍ਰਾਪਤੀਆਂ ਨੇ, ਇਹ ਸਾਰੀਆਂ ਚੀਜ਼ਾਂ ਤੁਸੀਂ ਐਂਡ ਤੱਕ ਦੱਸ ਸਕਦੇ ਹੋ। ਫਿਰ ਅੱਗੇ ਹੈਗਾ ਯੂਜ਼ ਫਲੈਸ਼ਬੈਕਸ। ਜਦੋਂ ਤੁਸੀਂ ਉਸ ਦਾ ਘਟਨਾਕ੍ਰਮ ਦੱਸਦੇ ਹੋ ਤਾਂ ਪਿੱਛੇ ਵੱਲ ਨੂੰ ਝਾਤ ਮਾਰਦੇ ਹੋਏ, ਮੰਨ ਲਓ ਤੁਸੀਂ ਉਸ ਦੀਆਂ ਜ਼ਿੰਦਗੀ ਦੀਆਂ ਬਾਲਗ ਅਵਸਥਾ ਦੀਆਂ ਗੱਲਾਂ ਦੱਸ ਰਹੇ ਹੋ, ਜਾਂ ਪ੍ਰਾਪਤੀਆਂ ਦੱਸ ਰਹੇ ਹੋ, ਜਾਂ ਕਾਰਨਾਮੇ ਦੱਸ ਰਹੇ ਹੋ, ਤਾਂ ਉਸ ਦੇ ਬਚਪਨ ਵੱਲ ਨੂੰ ਝਾਤ ਮਾਰਦੇ ਹੋਏ, ਪਿੱਛੇ ਵੱਲ ਨੂੰ ਮੁੜਦੇ ਹੋਏ ਵੀ ਤੁਸੀਂ ਉਸ ਦੇ ਜਿਹੜੇ ਘਟਨਾਕ੍ਰਮ ਨੇ ਉਹਨਾਂ ਨੂੰ ਪਿੱਛੇ ਵੱਲ ਵੀ ਲਿੰਕ ਕਰ ਸਕਦੇ ਹੋ। ਲਾਸਟ 'ਤੇ ਸਾਡੇ ਕੋਲ ਟਿਪ ਹੈਗਾ ਇਨਕਲੂਡ ਯੂਅਰ ਥੋਟਸ। ਕਿਉਂਕਿ ਜਿਹੜੀ ਕੋਈ ਜੀਵਨੀ ਆ ਉਹ ਸਿਰਫ ਇੱਕ ਸੀਰੀਅਲ ਵਾਈਜ਼ ਘਟਨਾਕ੍ਰਮ ਇਕੱਠੇ ਕਰਕੇ ਕਿਸੇ ਦੀ ਜ਼ਿੰਦਗੀ ਦੇ ਦਰਸਾਉਣਾ ਹੀ ਨਹੀਂ ਹੁੰਦੀ। ਇਹਦੇ ਵਿੱਚ ਤੁਹਾਡੇ ਆਪਣੇ ਵਿਚਾਰ ਵੀ ਹੁੰਦੇ ਨੇ। ਤੁਸੀਂ ਕਿਉਂ ਕਿਸੇ ਦੀ ਜੀਵਨੀ ਲਿਖ ਰਹੇ ਹੋ, ਕੀ ਪਰਪਸ ਆ ਤੁਹਾਡਾ, ਕਿਉਂ ਤੁਸੀਂ ਮੋਟੀਵੇਟ ਹੋਏ ਹੋ ਜਾਂ ਪ੍ਰੇਰਨਾ ਮਿਲੀ ਹੈ ਤੁਹਾਨੂੰ ਉਸ ਦੀ ਜੀਵਨੀ ਲਿਖਣ ਦੀ, ਕਿਉਂ ਪ੍ਰਭਾਵਿਤ ਹੋਏ ਹੋ। ਤਾਂ ਇਹ ਸਾਰੀਆਂ ਗੱਲਾਂ ਇਹਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ। ਇਸ ਤਰ੍ਹਾਂ ਨਾਲ ਤੁਸੀਂ ਇਹ ਗੱਲਾਂ ਧਿਆਨ 'ਚ ਰੱਖਦੇ ਹੋਏ ਜਿਹੜੀ ਜੀਵਨੀ ਆ ਉਸ ਨੂੰ ਵਧੀਆ ਢੰਗ ਨਾਲ ਲਿਖ ਸਕਦੇ ਹੋ। ਤਾਂ ਅੱਜ ਅਸੀਂ ਜੀਵਨੀ ਬਾਰੇ, ਬਾਇਓਗ੍ਰਾਫੀ ਬਾਰੇ ਪੜ੍ਹਿਆ ਕਿ ਕਿਸ ਤਰ੍ਹਾਂ ਲਿਖੀ ਜਾ ਸਕਦੀ ਆ, ਕੀ ਹੁੰਦੀ ਆ। ਕਿਉਂਕਿ ਤੁਸੀਂ ਅੱਗੇ ਸਟੂਡੈਂਟਸ ਨੂੰ ਇਹ ਚੀਜ਼ਾਂ ਦੱਸਣੀਆਂ ਤਾਂ ਤੁਹਾਨੂੰ ਇਹਨਾਂ ਦੀ ਡਿਟੇਲ ਨੌਲੇਜ ਹੋਣੀ ਜ਼ਰੂਰੀ ਆ। ਅੱਜ ਦੀ ਵੀਡੀਓ 'ਚ ਇੰਨਾ ਹੀ ਕਾਫੀ। ਅੱਗੇ ਅਗਲੀ ਵੀਡੀਓ ਦੇ ਵਿੱਚ ਫਿਰ ਅਗਲਾ ਟੌਪਿਕ ਲੈ ਕੇ ਮਿਲਾਂਗੇ। ਥੈਂਕਸ।